आज पंजाब की पूरी सरकार, पंजाब का पूरा कांग्रेस प्रधान, सभी लोग यहाँ पहुंचे थे। कैसे, क्या कुछ है? सब कुछ सेट हो चुका है? सही है स्थितियाँ? क्या कुछ है? क्या आपको दिखाई नहीं दे रहा था कि अब तो सारी दुनिया देख रही है कि मैंने जब कहा था कि पंजाब में ऑल इज वेल नाउ और हर चीज़ जो है रास्ते पर स्मूथली चल रही है। जो चैलेंज है उस चैलेंज का मुकाबला कर रहे हैं और मैं कॉन्फिडेंट हूँ ये स्थिति बनी रहेगी। और हरीश चौधरी जो हैं इस मामले में मैं ये तो नहीं कहूँगा कि मेरे कुछ शिकायत हैं, उससे बहुत कुछ सीखने, जिस नौजवान से सीखने की ज़रूरत है उनमें से एक है। तो ये स्थिति चुनाव में हमको जीत की तरफ ले जा रही है पंजाब में, और पंजाब में आप देखिएगा कांग्रेस जीतेगी। केदारनाथ जाने का उनका कार्यक्रम है, क्या कुछ है सर? केदार बाबा से कौन क्या मांग रहा है वो तो सब देने वाला है, लेकिन वो केदारनाथ जाते हुए उन लोगों ने अपने दर्शन मुझको भी दिए तो मैं उनको बहुत धन्यवाद देना चाहता हूँ। और हमारे लिए तो जो भी केदार बाबा के दर्शनों के लिए जाता है उसके लिए हमारे हाथ जुड़े हुए हैं, हम उसको बहुत धन्यवाद देते हैं। चाहे वो चरणजीत सिंह चन्नी हों, नवजोत सिंह सिद्धू हों, या KPS राणा हों, हमारे स्पीकर जो है, या हरीश हों, मगर या नरेंद्र मोदी जी हों, हम हर किसी को कहते हैं बाबा कल्याण करना और सबको आगे बढ़ाने की इनको राह बताना। सर, त्रिवेंद्र सिंह रावत कल केदारनाथ गए थे लेकिन उनको जो मंदिर में दर्शन तक नहीं करने दिए। मैं उस पर टिप्पणी नहीं करना चाहूँगा क्योंकि मैं ऐसी उससे सहमत नहीं हूँ, क्योंकि केदार ऐसे देवता हैं जो सबको क्षमा करते हैं। हरीश रावत गलबात कर रहे सन देहरादून तो ਇਹ ਲਾਈਵ ਤਸਵੀਰਾਂ ਨੇ। ਹਰੀਸ਼ ਰਾਵਤ ਨੇ ਫਿਰ ਤੋਂ ਦੁਹਰਾਇਆ ਹੈ ਕਿ ਸਭ ਨੇ ਦੇਖ ਲਿਆ, ਹੁਣ ਤਾਂ ਤਸਵੀਰਾਂ ਸਾਹਮਣੇ ਨੇ, ਆਲ ਇਜ਼ ਵੈਲ ਹੈ ਕਾਂਗਰਸ ਦੇ ਵਿੱਚ। ਗੌਰਵ ਸ਼ੁਕਲਾ ਸਾਡੇ DNE ਜੁੜੇ ਹੋਏ ਨੇ ਲਗਾਤਾਰ। ਗੌਰਵ, ਹਰੀਸ਼ ਰਾਵਤ ਕਹਿ ਰਹੇ ਨੇ ਕਿ ਹੁਣ ਤਾਂ ਤਸਵੀਰਾਂ ਸਭ ਦੇ ਸਾਹਮਣੇ ਨੇ, ਆਲ ਇਜ਼ ਵੈਲ ਹੈ। ਹਾਲਾਂਕਿ ਅਸੀਂ ਪਿਛਲੇ ਕਈ ਮਹੀਨਿਆਂ ਦੇ ਵਿੱਚ ਦੇਖਦੇ ਆ ਰਹੇ ਹਾਂ ਕਿ ਹਰ ਕਾਂਗਰਸੀ ਆਗੂ ਕਹਿੰਦਾ ਰਿਹਾ ਆਲ ਇਜ਼ ਵੈਲ ਹੈ, ਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਚਲੀ ਗਈ, ਫਿਰ ਵੀ ਕਹਿ ਰਹੇ ਨੇ ਆਲ ਇਜ਼ ਵੈਲ ਹੈ। ਕਾਂਗਰਸ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਣ ਦੇ ਸਮੇਂ ਹੋਵੇ, ਉਸ ਟਾਈਮ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਆਲ ਇਜ਼ ਵੈਲ ਹੈ। ਖੈਰ ਇਹ ਪੋਲੀਟੀਕਲ ਸਟੇਟਮੈਂਟਸ ਹੈ, ਹਮੇਸ਼ਾ ਰਹਿੰਦੀਆਂ ਨੇ, ਪਰ ਅਰਸ਼ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਬਾਡੀ ਲੈਂਗੁਏਜ ਹੈ ਉਸ ਦੇ ਉੱਪਰ ਬੜਾ ਕੁਐਸਚਨ ਮਾਰਕ ਇਸ ਸਮੇਂ ਨਜ਼ਰ ਆ ਰਿਹਾ ਹੈ। 4-5 ਲੋਕ ਜਿਹੜੇ ਉੱਥੇ ਨਜ਼ਰ ਆਏ ਨੇ ਉਹਨਾਂ ਦੇ ਵਿੱਚੋਂ ਜੇ ਮੁੱਖ ਮੰਤਰੀ ਅਨਕੰਫਰਟੇਬਲ ਨਜ਼ਰ ਆ ਰਹੇ ਨੇ, ਬਾਕੀ ਸਾਰੇ ਕੰਫਰਟੇਬਲ ਨੇ, ਤਾਂ ਇਸ ਦਾ ਮਤਲਬ ਕੀ ਹੈ? ਜਾਂ ਤਾਂ ਇਹ ਹੈ ਕਿ CM ਸਿੱਧੇ ਤੌਰ ਦੇ ਉੱਤੇ ਕਹਿਣਾ ਚਾਹ ਰਹੇ ਨੇ ਹਾਈ ਕਮਾਨ ਨੂੰ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਠੀਕ ਨਹੀਂ ਹੋ ਰਹੀਆਂ, ਜਾਂ ਦੂਜੇ ਪਾਸੇ ਇਹ ਹੈ ਕਿ ਹਾਈ ਕਮਾਨ ਦਾ ਪ੍ਰੈਸ਼ਰ ਬਹੁਤ ਹੈ ਸਾਰਿਆਂ ਦੇ ਉੱਤੇ, ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਥੱਪੜ ਬਹੁਤ ਹੈ ਕਿ ਤੁਸੀਂ ਕੋਈ ਗੱਲ ਨਹੀਂ, ਤੁਸੀਂ ਪੰਜਾਬ ਦੇ ਵਿੱਚ ਅੱਗੇ ਵਧੋ। ਤਾਂ ਇਸ ਤਰੀਕੇ ਨਾਲ ਵੀ ਇੱਕ ਚੀਜ਼ ਤੁਸੀਂ ਕਹਿ ਸਕਦੇ ਹੋ, ਕਿਉਂਕਿ ਚਰਨਜੀਤ ਸਿੰਘ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਜੋ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਮੈਂ ਵੀ ਕਿ ਦੇ ਵਿੱਚ ਕਿੰਨੀ ਗੱਲ ਕਰ ਰਹੇ ਨੇ ਉਹ, ਕਿ ਆਪਸ ਦੇ ਵਿੱਚ ਨਜ਼ਰਾਂ ਮਿਲਾ ਰਹੇ ਨੇ ਕਿ ਬੈਠੇ ਨੇ। ਦੇਖੋ ਕਾਂਗਰਸ ਦੇ ਲਈ ਇਸ ਸਮੇਂ ਸਭ ਤੋਂ ਵੱਡਾ ਟਾਸਕ ਇਹੀ ਹੋਏਗਾ ਅਰਸ਼, ਕਿ ਜਦੋਂ ਸਿੱਧੂ ਤੇ ਚੰਨੀ ਬੈਠੇ ਨੇ ਉਹਨਾਂ ਦੇ ਵਿਚਾਲੇ ਹਰੀਸ਼ ਰਾਵਤ ਬੈਠੇ ਹੋਏ ਨੇ, ਜਦੋਂ ਤੱਕ ਕਿਸੇ ਨੂੰ ਵਿਚਾਲੇ ਬਿਠਾਉਣ ਦੀ ਨੌਬਤ ਆ ਰਹੀ ਹੈ ਉਸ ਸਮੇਂ ਤੱਕ ਤਾਂ ਫਿਰ ਕਾਂਗਰਸ ਆਲ ਇਜ਼ ਵੈਲ ਨਹੀਂ ਹੋ ਸਕਦਾ। ਜਦੋਂ ਵਿਚਾਲੇ ਬਿਠਾਉਣ ਦੀ ਨੌਬਤ ਨਹੀਂ ਆਏਗੀ, ਦੋਵੇਂ ਆਗੂ ਇੱਕੋ ਸੋਫੇ ਦੇ ਉੱਤੇ ਇਕੱਠੇ ਬੈਠੇ ਹੋਣਗੇ, ਜਿਵੇਂ ਅੱਜ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਰਾਵਤ ਹੱਸ ਕੇ ਗੱਲਾਂ ਕਰ ਰਹੇ ਨੇ, ਜਾਂ ਫਿਰ ਇੱਕ ਦੂਜੇ ਨਾਲ ਹੱਥ ਮਿਲਾ ਰਹੇ ਨੇ, ਜਾਂ ਫਿਰ ਇੱਕ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕੋਈ ਗੱਲ ਕਰ ਰਹੇ ਨੇ, ਤੇ ਜਦੋਂ ਇਸ ਤਰੀਕੇ ਦੀ ਗੱਲ ਸਿੱਧੂ ਤੇ ਚੰਨੀ ਕਰਦੇ ਨਜ਼ਰ ਆਉਣਗੇ ਉਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਹੀ ਕਹਿਣਗੇ ਕਿ ਦੇਖੋ ਜੀ ਅੱਜ ਆਲ ਇਜ਼ ਵੈਲ ਹੈ, ਕੋਈ ਦਿੱਕਤ ਨਹੀਂ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਟਾਸਕ ਹੈ ਇਸ ਸਮੇਂ ਕਾਂਗਰਸ ਦੇ ਸਾਹਮਣੇ। 2017 ਤੋਂ ਪਹਿਲਾਂ ਵੀ ਕੁਝ ਇਸ ਤਰੀਕੇ ਦੇ ਹਾਲਾਤ ਸੀ ਜਦੋਂ ਕੈਪਟਨ ਤੇ ਬਾਜਵਾ ਆਮੋ ਸਾਹਮਣੇ ਹੁੰਦੇ ਸੀ, ਪਰ ਉਸ ਸਮੇਂ ਬਾਜਵਾ ਧੜਾ ਥੋੜਾ ਕਮਜ਼ੋਰ ਤੁਸੀਂ ਕਹਿ ਸਕਦੇ ਹੋ ਔਰ ਕੈਪਟਨ ਧੜਾ ਮਜ਼ਬੂਤ ਹੋਇਆ ਔਰ ਓਵਰਟੇਕ ਕਰ ਗਿਆ। ਤਾਂ ਕਿ ਇਸ ਸਮੇਂ ਸਥਿਤੀ ਬਣੇਗੀ ਉਸ ਦੇ ਉੱਤੇ ਹੋਈ। ਬਿਲਕੁਲ ਗੌਰਵ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੀਆਂ ਤਸਵੀਰਾਂ ਨੇ ਕਿ ਹਰੀਸ਼ ਰਾਵਤ ਵਿੱਚ ਬੈਠੇ ਨਜ਼ਰ ਆ ਰਹੇ ਨੇ, ਦੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ, ਫਿਰ ਹਰੀਸ਼ ਰਾਵਤ ਬੈਠੇ ਨੇ, ਫਿਰ ਦੂਸਰੇ ਸੋਫੇ ਦੇ ਉੱਤੇ ਹਰੀਸ਼ ਚੌਧਰੀ ਬੈਠੇ ਨੇ, ਫਿਰ ਉਸ ਤੋਂ ਅੱਗੇ ਚਰਨਜੀਤ ਚੰਨੀ ਬੈਠੇ ਨੇ। ਇੱਕ ਤਸਵੀਰ ਇਹ ਹੈ, ਦੂਸਰੀ ਤਸਵੀਰ ਹੁਣ ਅਸੀਂ ਕਹਿ ਨਹੀਂ ਸਕਦੇ ਕਿ ਇਹ ਦਿਖਾਉਣ ਦੇ ਲਈ ਤਸਵੀਰ, ਜਿਹੜੀ ਗੱਲ ਕਹਿ ਰਹੇ ਨੇ ਹਰੀਸ਼ ਰਾਵਤ ਕਿ ਤਸਵੀਰਾਂ ਸਭ ਨੇ ਦੇਖ ਲਈਆਂ ਨੇ, ਕਿ ਉਹ ਦਿਖਾਉਣ ਦੇ ਲਈ ਤਸਵੀਰ ਹੈ, ਕਿਉਂਕਿ ਉਹਦੇ ਵਿੱਚ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਹਰੀਸ਼ ਰਾਵਤ ਵਿੱਚ ਬੈਠੇ ਨੇ, ਤੇ ਜਿਹੜੀ ਕਨਵਰਸੇਸ਼ਨ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਚੰਨੀ ਵੀ ਕਰ ਰਹੇ ਨੇ ਉਹ ਹਰੀਸ਼ ਰਾਵਤ ਦੇ ਥਰੂ ਹੀ ਹੁੰਦੀ ਨਜ਼ਰ ਆ ਰਹੀ ਹੈ। ਤਾਂ ਆਲ ਇਜ਼ ਵੈਲ ਤਾਂ ਕਿਤੇ ਵੀ ਨਹੀਂ ਲੱਗ ਰਿਹਾ। ਦੂਸਰਾ ਜਿਹੜਾ ਕੱਲ ਦਾ ਬਿਆਨ ਹੈ ਨਵਜੋਤ ਸਿੰਘ ਸਿੱਧੂ ਦਾ
ਕੱਲ ਜਿਹੜੇ ਉਹ ਦੀਵਾਲੀ ਗਿਫਟਾਂ ਦੀ ਗੱਲ ਕਰ ਰਹੇ ਨੇ ਕਿ ਪੌਣੇ 5 ਸਾਲ ਤੁਸੀਂ ਜ਼ੁਲਮ ਢਾਓ ਫਿਰ ਤੁਸੀਂ ਗਿਫਟ ਦੇ ਦਿਓ, ਇਹ ਇੱਕ ਤਰੀਕਾ ਹੁੰਦਾ ਹੈ ਵੋਟਰਸ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਹੈ ਆਪਣੀ ਪਾਰਟੀ ਦੇ ਲਈ ਵੋਟ ਲੈਣ ਦੇ ਲਈ। ਤੇ ਉਹ ਜਿਹੜੇ ਅਕਸਰ ਅਜਿਹੇ ਹਮਲੇ ਹੁੰਦੇ ਨੇ ਉਹ ਵਿਰੋਧੀ ਕਰਦੇ ਨਜ਼ਰ ਆਉਂਦੇ ਨੇ ਤੇ ਆਪਣੀ ਪਾਰਟੀ ਦੇ ਵਿੱਚ ਹੀ ਇੱਕ ਆਪੋਜੀਸ਼ਨ ਨਜ਼ਰ ਆ ਰਹੀ ਹੈ। ਬਿਲਕੁਲ ਆ ਰਹੀ ਹੈ। ਤੁਸੀਂ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਸਭ ਕੁਝ ਸੇਮ ਨਹੀਂ ਹੋਇਆ ਕਰਦਾ ਹੁੰਦਾ ਹਮੇਸ਼ਾ ਕਿ ਜੋ ਆਪਾਂ ਨੂੰ ਦਿਖ ਰਿਹਾ ਉਹੀ ਹੋਵੇ, ਖਾਸ ਤੌਰ ਤੇ ਸਿਆਸਤ ਦੇ ਵਿੱਚ। ਆਪਾਂ ਸਾਰੇ ਜਾਣਦੇ ਹਾਂ ਜਦੋਂ ਦਾ ਨਵਜੋਤ ਸਿੰਘ ਸਿੱਧੂ ਤੇ ਚੰਨੀ ਐਪੀਸੋਡ ਸ਼ੁਰੂ ਹੋਇਆ ਹੈ, ਇਹ ਕਾਂਗਰਸ ਦੇ ਅੰਦਰ ਬਹੁਤ ਸਾਰੇ ਲੋਕਾਂ ਨਾਲ ਤੁਸੀਂ ਵੀ ਗੱਲ ਕੀਤੀ ਹੋਣੀ ਆ, ਅਸੀਂ ਵੀ ਗੱਲ ਕੀਤੀ ਹੈ, ਜਿਹੜੇ ਬਹੁਤ ਕਈ ਦਹਾਕਿਆਂ ਤੋਂ ਕਾਂਗਰਸ ਨੂੰ ਕਵਰ ਕਰਦੇ ਆ ਰਹੇ ਨੇ ਜਰਨਲਿਸਟ, ਉਹ ਵੀ ਇਹ ਚੀਜ਼ ਦਾ ਜ਼ਿਕਰ ਕਰਦੇ ਨੇ ਕਿ ਜੇ ਅੱਜ ਸਿੱਧੂ ਬਹੁਤ ਖੁੱਲ੍ਹ ਕੇ ਇਸ ਤਰੀਕੇ ਨਾਲ ਬੋਲ ਰਹੇ ਨੇ, ਤੁਸੀਂ ਕਹੋ ਕਿ 100% ਸਿੱਧੂ ਬੋਲ ਰਹੇ ਨੇ ਔਰ ਇਹਨਾਂ ਨੂੰ ਹਾਈ ਕਮਾਨ ਦੀ ਕੋਈ ਸਪੋਰਟ ਨਹੀਂ ਹੈ, ਤਾਂ ਇਹ ਠੀਕ ਨਹੀਂ ਹੋ ਸਕਦਾ ਕਿ ਜੇ ਬਾਕੀ ਹਾਈ ਕਮਾਨ ਇੱਕ ਫੋਨ ਕਰੇ, ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਫੋਨ ਕਰਨ ਕਿ ਤੁਸੀਂ ਕੀ ਬੋਲ ਰਹੇ ਹੋ, ਯੋਗੀ ਉਮੀਦਵਾਰ ਨਹੀਂ ਹੈ, ਯੋਗੀ ਸੀਐਮ ਚਾਹੀਦਾ, ਯੋਗੀ ਸਵਾਮੀ ਚਾਹੀਦਾ। ਕੱਲ ਦੀ ਸਟੇਟਮੈਂਟ ਹੈ ਨਵਜੋਤ ਸਿੰਘ ਸਿੱਧੂ ਦੀ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਪੰਜਾਬ ਨੂੰ ਲੀਡ ਕਰਨ ਦੇ ਲਈ ਯੋਗੀ ਸਵਾਮੀ ਚਾਹੀਦਾ, ਹਿੰਦੂ ਮਹਾਸਭਾ ਦੀ ਉਹ ਸਟੇਜ ਸੀ। ਤਾਂ ਉਸ ਦਾ ਮਤਲਬ ਕੀ ਹੈ ਕਿ ਵਾਕਈ ਚਰਨਜੀਤ ਸਿੰਘ ਚੰਨੀ ਇੱਕ ਯੋਗ ਉਮੀਦਵਾਰ ਨਹੀਂ ਸੀ, ਉਹਨਾਂ ਨੂੰ ਬਣਾ ਦਿੱਤਾ ਗਿਆ, ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਜਿਹੜਾ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਕਾਂਗਰਸ ਇਸ ਸਮੇਂ ਬੇਸ਼ੱਕ ਆਲ ਇਜ਼ ਵੈਲ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਪਰ ਲੋਕਾਂ ਤੱਕ ਜਿਹੜਾ ਮੈਸੇਜ ਜਾਂਦਾ ਉਹ ਹਰ ਚੀਜ਼ ਦੇ ਨਾਲ ਜਾਂਦਾ ਹੈ। ਹਰੀਸ਼ ਰਾਵਤ ਕੁਝ ਵੀ ਕਹਿ ਰਹੇ ਹੋਣ, ਤੇ ਕਹਾਵਤ ਹੈ ਕਿ ਯੋਰ ਐਕਸ਼ਨ ਸਪੀਕ ਲਾਊਡਰ ਦੈਨ ਯੋਰ ਵਰਡਸ, ਤਾਂ ਫਿਰ ਜਿਹੜੇ ਐਕਸ਼ਨਸ ਨੇ ਨਵਜੋਤ ਸਿੰਘ ਸਿੱਧੂ ਦੇ ਇਸ ਸਮੇਂ ਇਸ ਤਸਵੀਰਾਂ ਦੇ ਵਿੱਚ ਜਾਂ ਚਰਨਜੀਤ ਸਿੰਘ ਚੰਨੀ ਦੇ ਐਕਸ਼ਨਸ ਹੈਗੇ ਨੇ, ਜਾਂ ਉਹ ਜਿਸ ਤਰੀਕੇ ਨਾਲ ਅਨਕੰਫਰਟੇਬਲ ਆਪਾਂ ਕਹਿ ਸਕਦੇ ਹਾਂ ਕਿ ਇਸ ਸਮੇਂ ਨਜ਼ਰ ਆ ਰਹੇ ਨੇ, ਤਾਂ ਉਹ ਇਸ਼ਾਰਾ ਕਰ ਰਹੇ ਨੇ ਕਿ ਆਲ ਇਜ਼ ਵੈਲ ਨਹੀਂ ਹੈ, ਕਰਨ ਦੀ ਕੋਸ਼ਿਸ਼ ਹੈਗੀ ਹੈ। 2 ਮਹੀਨੇ ਦਾ ਸਮਾਂ ਹੈ। ਹਰੀਸ਼ ਰਾਵਤ, ਹਰੀਸ਼ ਚੌਧਰੀ, ਰਾਣਾ ਕੇਪੀ ਨੂੰ ਵੀ ਮੈਦਾਨ ਚ ਉਤਾਰ ਦਿੱਤਾ ਇੱਕ ਤਰੀਕੇ ਨਾਲ ਹਾਈ ਕਮਾਨ ਨੇ ਕਿ ਤੁਸੀਂ ਸੀਨੀਅਰ ਹੋ, ਸਮਝਾਓ ਦੋਵਾਂ ਨੂੰ। ਤੇ ਇਹ ਕਿੰਨੇ ਕੁ ਕਾਮਯਾਬ ਹੁੰਦੇ ਨੇ ਉਸ ਦੇ ਉੱਤੇ ਨਜ਼ਰ ਜ਼ਰੂਰ ਰਹੇਗੀ। ਮੈਂ ਇੱਕ ਪੁਆਇੰਟ ਹੋਰ ਐਡ ਕਰ ਦਵਾਂ ਕਿ ਕੇਦਾਰਨਾਥ ਹੀ ਕਿਉਂ ਚੁਣਿਆ ਗਿਆ। ਕੇਦਾਰਨਾਥ ਜਾਣ ਵਾਸਤੇ 2 ਚੀਜ਼ਾਂ ਨੇ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਜ਼ਰੀਏ ਪੰਜਾਬ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੁੜ ਤੋਂ, ਤਾਂ ਹਿੰਦੂ ਵੋਟਰ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਹੋਏਗੀ। ਔਰ ਨਵਜੋਤ ਸਿੰਘ ਸਿੱਧੂ ਹਿੰਦੂ ਵੋਟਰ ਦੇ ਕਰੀਬ ਕਹੇ ਜਾਂਦੇ ਨੇ, ਖਾਸ ਤੌਰ ਤੇ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਸ਼ਿਵ ਭਗਤ ਵੀ ਕਿਹਾ ਜਾਂਦਾ ਹੈ। ਤਾਂ ਕੇਦਾਰਨਾਥ ਚੁਣਿਆ ਗਿਆ ਕਿ ਕੇਦਾਰਨਾਥ ਉੱਥੇ ਜਾ ਕੇ ਮੱਥਾ ਟੇਕਿਆ ਜਾਵੇ। ਇੱਕ ਜਿਹੜੀ ਅਪਰੋਚ ਹੈ ਹਿੰਦੂ ਵੋਟਰਾਂ ਤੱਕ ਹੋ ਸਕਦੀ ਹੈ, ਇਹ ਇੱਕ ਸਪੈਕੂਲੇਸ਼ਨ ਜ਼ਰੂਰ ਤੁਸੀਂ ਕਹਿ ਸਕਦੇ ਹੋ। ਮੈਂ ਇੱਕ ਹੋਰ ਜ਼ਰੂਰ ਐਡ ਕਰਨਾ ਚਾਹੂੰਗਾ ਪੁਆਇੰਟ ਕਿ ਡਾਇਰੈਕਟਲੀ ਜਾ ਸਕਦੇ ਸੀ, ਪਰ ਹਰੀਸ਼ ਰਾਵਤ ਨੇ ਪਿਛਲੇ 6 ਮਹੀਨੇ ਦੇ ਵਿੱਚ ਪੰਜਾਬ ਕਾਂਗਰਸ ਦੇ ਸਭ ਚੀਜ਼ਾਂ ਬਹੁਤ ਜਿਹੜੀਆਂ ਬਾਰੀਕੀ ਦੇ ਨਾਲ ਮੋਨੀਟਰ ਕੀਤੀਆਂ ਨੇ, ਦੇਖੀਆਂ ਨੇ, ਤੇ ਇਸ ਕਰਕੇ ਸ਼ਾਇਦ ਇੱਕ ਹੌਲਡ ਵੀ ਦਿੱਤਾ ਗਿਆ ਕਿ ਤੁਸੀਂ ਹਰੀਸ਼ ਰਾਵਤ ਨੂੰ ਵੀ ਮਿਲੋ, 4 ਗੱਲਾਂ ਉਹ ਵੀ ਸਮਝਾਉਣਗੇ, ਸ਼ਾਇਦ ਉਹਨਾਂ ਦੇ ਵਿਚਾਲੇ ਬਿਠਾ ਕੇ ਕੋਈ ਗੱਲ ਸਿਰੇ ਚੜ ਜਾਵੇ। ਤਾਂ ਹਾਈ ਕਮਾਨ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ। ਗੌਰਵ, ਫਿਲਹਾਲ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਇਸ ਵੇਲੇ ਨਿਊਜ਼ 18 ਦੇ उत्तराखंड ਦੇ संपादक अनुपम त्रिवेदी जुड़े हुए ने। अनुपम जी, कैसे देखें इस मुलाकात को जो केदारनाथ की यात्रा के तौर पर शुरू हुई है और फिर उसके बाद हरीश रावत के घर पहुंचे हैं सारे लीडर और तस्वीरें भी सामने आई हैं। इन तस्वीरों को भी हम जानना चाहेंगे कि किस तरीके से देखा जाए, क्योंकि हरीश रावत कह रहे हैं कि ऑल इज वेल है, हालांकि अगर तस्वीरें भी ध्यान से देखी जाएं तो लग नहीं रहा कि ऑल इज वेल है। देखो, 2 बातें हैं। एक तो प्रधानमंत्री नरेंद्र मोदी 5 तारीख को आ रहे हैं केदारनाथ, तो आज 2 तारीख है और आज जिस तरीके से कांग्रेस के नेता जिस तरीके से गए हैं पंजाब से, चरणजीत चन्नी हैं, सिद्धू हैं, वहाँ के स्पीकर हैं राणा साहब, और वहाँ के जो इंचार्ज हैं अब हरीश चौधरी जी, वो चारों लोग साथ जा रहे हैं। तो एक पिक्चर दिखाने की कोशिश है कि हम सब साथ साथ हैं, सब ठीक ठाक है। उत्तराखंड और पंजाब 2 ऐसे स्टेट हैं जबकि कांग्रेस के स्टेक्स बहुत हाई हैं, जहाँ की कांग्रेस को लगता है कि उनकी सरकार बन सकती है, और दोनों ऐसे स्टेट हैं जो अगले 2-3 महीनों के अंदर चुनाव के भीतर चले जाएंगे।